ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਕੁਝ ਕੁ ਹਿੱਸੇ ਦੇ ਵਿੱਚ ਥੋੜ੍ਹੀ ਕੁ ਦੇਰ ਦੇ ਲਈ ਸੂਰਜ ਦੀ ਟਿੱਕੀ ਦਿਖਾਈ ਦਿੱਤੀ ਹੈ, ਪਰ ਬਾਅਦ ਦੇ ਵਿੱਚ ਉਹ ਵੀ ਅਲੋਪ ਹੋ ਗਈ ਹੈ। ਬੱਦਲਵਾਈ ਲੰਘੇ ਕੱਲ੍ਹ ਪੂਰੇ ਪੰਜਾਬ ਦੇ ਵਿੱਚ ਰਹੀ ਹੈ। ਕਿਸੇ ਥਾਂ ਦੇ ਉੱਤੇ ਘੱਟ ਸੀ, ਕਿਸੇ ਥਾਂ ਦੇ ਉੱਤੇ ਪੂਰਾ ਦਿਨ ਰਹੀ ਹੈ, ਪਰ ਸੂਰਜ ਦੀ ਟਿੱਕੀ ਦੇ ਦਰਸ਼ਨ ਕਰਨ ਨੂੰ ਲੋਕ ਤਰਸਦੇ ਰਹੇ ਆ, ਪਰ ਉਸ ਰੂਪ ਦੇ ਵਿੱਚ ਦਰਸ਼ਨ ਇਹ ਹੋਏ ਨਹੀਂ। ਝੌਲਾ ਜਿਹਾ ਪਿਆ, ਬਾਅਦ ਦੇ ਵਿੱਚ ਸੂਰਜ ਫੇਰ ਗਾਇਬ ਹੋ ਗਿਆ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਸੀਤ ਲਹਿਰ ਜ਼ੋਰ 'ਤੇ ਰਹਿਣੀ ਹੈ, ਠੰਡ ਹੋਰ ਵਧਣੀ ਹੈ, ਧੁੰਦ ਨੇ ਤਰੇਲ ਨੇ ਲਗਾਤਾਰ ਆਪਣਾ ਰੰਗ ਦਿਖਾਉਣਾ। ਸੋ ਇਸ ਕਰਕੇ ਭਾਈ ਬਚਾਅ ਦੇ ਵਿੱਚ ਬਚਾਅ, ਠਾਰੀ ਤੋਂ ਬਚੋ। ਜਿੰਨਾ ਬਚ ਸਕਦੇ ਆ ਉਹਨਾਂ ਬਚਾਅ ਦੇ ਵੱਲ ਖਿਆਲ ਕਰਨਾ ਚਾਹੀਦਾ। ਬਹੁਤ ਸਾਰੇ ਭੈਣਾਂ ਵੀਰ ਇਹੋ ਜਿਹੇ ਆ ਜਿਹੜੇ ਕਿ ਇਸ ਵੇਲੇ ਕਿਸੇ ਦਾ ਗਲ ਖਰਾਬ ਆ, ਕਿਸੇ ਦੀ ਛਾਤੀ ਜਾਮ ਆ, ਕਿਸੇ ਨੂੰ ਜ਼ੁਕਾਮ ਲੱਗਾ, ਕਿਸੇ ਨੂੰ ਬੁਖਾਰ ਚੜ੍ਹਿਆ। ਉਹਦੇ ਵਿੱਚੋਂ ਕਈ ਇਹੋ ਜਿਹੇ ਸਾਡੇ ਦੋਸਤ ਆ ਜਿਹੜੇ ਕਿ ਜਦੋਂ ਡਾਕਟਰ ਦੇ ਕੋਲੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਜਾਂਦਾ। ਜਦੋਂ ਟੈਸਟ ਹੁੰਦਾ ਵਿੱਚੋਂ ਕਰੋਨਾ ਪੋਜ਼ੀਟਿਵ ਨਿਕਲਦੇ ਆ। ਮਤਲਬ ਇਹ ਆ ਵੀ ਜੇਕਰ ਠੰਡ ਤੋਂ ਬਚਾਂਗੇ, ਗਲ ਖਰਾਬ ਨਾ ਹੋਊਗਾ, ਛਾਤੀ ਜਾਮ ਨਾ ਹੋਊਗੀ, ਬੁਖਾਰ ਨਾ ਚੜੂਗਾ, ਤਾਂ ਫਿਰ ਸ਼ਾਇਦ ਟੈਸਟ ਦੇ ਵਿੱਚ ਕਰੋਨਾ ਨਾ ਵੀ ਆਵੇ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਉਹ ਕਰੋਨਾ ਪੋਜ਼ੀਟਿਵ ਲਗਾਤਾਰ ਹੋ ਰਹੇ ਆ। ਸੋ ਅਗਲੀ ਜਾਣਕਾਰੀ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਮੌਸਮ ਇਵੇਂ ਹੀ ਰਹਿੰਦਾ, ਠਾਰੀ ਇਸੇ ਤਰੀਕੇ ਨਾਲ ਰਹਿੰਦੀ ਹੈ, ਤਾਂ ਜਿਹੜੀਆਂ ਸੀਜ਼ਨਲ ਬਿਮਾਰੀਆਂ ਹੁੰਦੀਆਂ, ਜਿਹੜੀਆਂ ਇਹ ਮੌਸਮੀ ਬਿਮਾਰੀਆਂ, ਇਹਦੇ ਵਿੱਚ ਹੋਰ ਇਜ਼ਾਫਾ ਹੋਣਾ। ਪਰ ਬਚਾਅ ਦੇ ਵਿੱਚ ਬਚਾਅ ਰੱਖੋ। ਜੇਕਰ ਲੋੜ ਨਹੀਂ ਤਾਂ ਘਰ ਦੇ ਵਿੱਚੋਂ ਬਾਹਰ ਨਾ ਨਿਕਲੋ ਤੇ ਕੰਮ ਧੰਦੇ ਵਾਸਤੇ ਵੇਲੇ ਸਿਰ ਹੀ ਬਾਹਰ ਨਿਕਲਣਾ ਚਾਹੀਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਤਾਂ ਉਹ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਕੀ ਵਾਪਰਦਾ, ਕਦੋਂ ਵਾਪਰਦਾ, ਕਿਵੇਂ ਵਾਪਰਦਾ, ਇਹਦੇ ਉੱਤੇ ਤਿੱਖੀ ਅੱਖ ਰੱਖਣ ਵਾਲੇ ਸਾਰੇ ਪੰਜਾਬੀ ਹੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਉਹ ਨਿਗਾਹ ਰੱਖਦੇ ਜੀ ਕਿ ਪੰਜਾਬ ਦੇ ਵਿੱਚ ਹੁਣ ਕੀ ਹੋਣਾ। 20 ਫਰਵਰੀ ਨੂੰ ਪੰਜਾਬ 'ਚ ਵੋਟਾਂ ਪੈਣੀਆਂ। ਲੰਘੇ ਕੱਲ੍ਹ ਯਾਨੀ ਕਿ 25 ਜਨਵਰੀ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲੇ ਦਿਨ ਦੇ ਵਿੱਚ 12 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ। ਉਹਨਾਂ 12 ਦੇ ਵਿੱਚੋਂ ਸਭ ਤੋਂ ਵੱਧ ਅਕਾਲੀ ਦਲ ਦੇ ਉਮੀਦਵਾਰ ਆ, ਜਿਹਦੇ ਵਿੱਚ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਰੋਜ਼ੀ ਬਰਕੰਦੀ ਨੇ ਕਾਗਜ਼ ਦਾਖਲ ਕਰਤੇ ਆ। ਮੁੱਲਾਂਪੁਰ ਦਾਖਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਕਾਗਜ਼ ਦਾਖਲ ਕਰਤੇ ਆ। ਜੇ ਅਸੀਂ ਗੱਲ ਕਰਦੇ ਹਾਂ ਮੌੜ ਮੰਡੀ ਦੀ, ਉੱਥੋਂ ਜਗਮੀਤ ਸਿੰਘ ਬਰਾੜ ਨੇ ਕਾਗਜ਼ ਦਾਖਲ ਕਰਤੇ ਆ। ਆਮ ਆਦਮੀ ਪਾਰਟੀ ਦੇ ਵੀ ਕੁਝ ਕੁ ਲੋਕਾਂ ਨੇ ਕਾਗਜ਼ ਦਾਖਲ ਕੀਤੇ ਆ, ਪਰ ਸਭ ਤੋਂ ਵੱਧ ਕਾਗਜ਼ ਲੰਘੇ ਕੱਲ੍ਹ ਦਾਖਲ ਕੀਤੇ ਆ ਅਕਾਲੀ ਦਲ ਦੇ ਉਮੀਦਵਾਰਾਂ ਨੇ। ਸੋ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਇਹੋ ਜਿਹੇ ਰੂਪ 'ਚ ਆ ਰਹੀਆਂ ਜਿਹੜੀਆਂ ਕਿ ਸਭ ਨੂੰ ਭੁਚੱਕਾ ਕਰਕੇ ਰੱਖ ਦਿੰਦੀਆਂ। ਇੱਕ ਜਾਣਕਾਰੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ 3 ਦਿਨ ਗ੍ਰਿਫਤਾਰੀ ਦੇ ਉੱਤੇ ਰੋਕ ਲੱਗ ਗਈ ਹੈ। ਜੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਜਾਂ ਫਿਰ ਅਦਾਲਤ ਦੇ ਵੱਲੋਂ ਰੋਕ ਨਾ ਲਾਈ ਜਾਂਦੀ ਤਾਂ ਬਿਕਰਮ ਸਿੰਘ ਮਜੀਠੀਆ ਦੇ ਲਈ ਬਹੁਤ ਵੱਡੀ ਚੁਣੌਤੀ ਹੋਣੀ ਸੀ। ਫਿਰ ਉਹ ਕਾਗਜ਼ ਕਿਵੇਂ ਦਾਖਲ ਕਰਦੇ? ਉਹਨਾਂ ਦੇ ਕੋਲੇ ਵੈਸੇ ਆਨਲਾਈਨ ਤਰੀਕੇ ਦੇ ਨਾਲ ਕਾਗਜ਼ ਦਾਖਲ ਕਰਨ ਦਾ ਇੱਕ ਬਦਲਤਾ ਸੀ, ਪਰ ਉਹ ਉਤਸ਼ਾਹ, ਉਹ ਜੋਸ਼, ਉਹ ਜਜ਼ਬਾ ਦਿਖਾਈ ਨਹੀਂ ਦਿੰਦਾ। ਸੋ 3 ਦਿਨ ਦੇ ਲਈ ਅਦਾਲਤ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲਾਈ ਗਈ ਹੈ। ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਦਿੱਤੀ ਗਈ ਹੈ ਅਗਾਊਂ ਜ਼ਮਾਨਤ ਦੀ। ਇਹ ਅਰਜ਼ੀ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪਰ ਅਗਲੀ ਗੱਲ ਇਹ ਹੈ ਕਿ ਅੱਜ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਹੋਣ ਕਰਕੇ ਸਰਕਾਰੀ ਛੁੱਟੀ ਹੈ। 27 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਕਾਗਜ਼ ਸ਼ਾਇਦ ਦਾਖਲ ਕਰ ਦੇਣ, ਜਾਂ ਉਹਨਾਂ ਨੇ ਸ਼ਾਇਦ ਸੋਚਿਆ ਹੋਵੇ ਜੀ ਕਿ ਅਸੀਂ ਆਨਲਾਈਨ ਕਾਗਜ਼ ਦਾਖਲ ਕਰਨੇ ਆ, ਪਰ ਉਸ ਤੋਂ ਬਾਅਦ ਇੱਕ ਹੋਰ ਛੁੱਟੀ ਆ ਜਾਣੀ ਹੈ ਅਤੇ ਕੰਮ ਦੇ ਦਿਨ, ਕਾਗਜ਼ ਦਾਖਲ ਕਰਨ ਦੇ ਦਿਨ ਸਿਰਫ 3-4 ਹੀ ਆ। ਸੋ ਉਸ ਤੋਂ ਬਾਅਦ ਕਾਗਜ਼ ਦਾਖਲ ਹੋਣੇ ਨਹੀਂ। 1 ਫਰਵਰੀ ਤੱਕ ਦੀ ਤਰੀਕ ਆ ਕਾਗਜ਼ ਦਾਖਲ ਕਰਨ ਦੀ। ਪਰ ਜਿਹੜੀ ਪਹਿਲੀ ਵੱਡੀ ਜਾਣਕਾਰੀ ਆ ਉਹ ਹੈਗੀ ਦੋਸ਼ਾਂ ਦੀ, ਕਿਉਂਕਿ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ CM ਸਕੈਮ ਕੀਤਾ। ਇਹਨਾਂ ਨੇ ਜਿਹੜਾ ਨੰਬਰ ਜਾਰੀ ਕੀਤਾ ਸੀ ਇਹਦੇ ਉੱਤੇ ਗਲਤ ਜਾਣਕਾਰੀ ਦਿੱਤੀ ਗਈ ਆ ਕਿ ਇੰਨੇ ਲੋਕਾਂ ਨੇ ਫੋਨ ਕਰਤੇ, ਇੰਨੇ ਲੋਕਾਂ ਨੇ ਮੈਸੇਜ ਕਰਤੇ। ਇੱਦਾਂ ਹੁੰਦਾ ਹੀ ਨਹੀਂ। ਪਰ ਲੰਘੇ ਕੱਲ੍ਹ ਭਗਵੰਤ ਮਾਨ ਨੇ ਗੱਲ ਆਖੀ ਹੈ ਵੀ ਚਲੋ ਤੁਸੀਂ ਸਾਨੂੰ ਕਹਿੰਦੇ ਜੀ ਫੇਕ ਆ, ਇਹ ਗਲਤ ਆ, ਇਹ ਇੱਦਾਂ, ਇਹ ਉੱਦਾਂ, ਤੁਸੀਂ ਦੂਜੇ ਦੇ ਘਰ ਦੇ ਵਿੱਚ ਨਿਗਾਹ ਕਿਉਂ ਰੱਖਦੇ ਆ? ਤੁਸੀਂ ਇਸ ਗੱਲ ਦੇ ਉੱਤੇ ਜ਼ੋਰ ਪਾਓ ਕਿ ਤੁਹਾਨੂੰ CM ਕੈਂਡੀਡੇਟ ਤੁਹਾਡੀ ਕਾਂਗਰਸ ਐਲਾਨ ਦੇਵੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਤੂੰ ਤੜਕ ਵਾਲੀ ਰਾਜਨੀਤੀ ਕਰਦੇ ਆ। ਪੱਤਰਕਾਰਾਂ ਨੂੰ ਤੂੰ ਐਂ ਕਰ, ਤੈਨੂੰ ਨਹੀਂ ਐਂ ਕਰਨਾ ਚਾਹੀਦਾ, ਤੈਨੂੰ ਨਹੀਂ ਐਂ ਪੁੱਛਣਾ ਚਾਹੀਦਾ, ਵੀ ਇੱਦਾਂ ਦੀਆਂ ਗੱਲਾਂ ਕਰਦੇ ਆ। ਪਾਰਟੀ ਦੇ ਵਿੱਚ ਵੀ ਉਹ ਕਹਿੰਦੇ ਇਹੋ ਜਿਹਾ ਹਾਲ ਆ। ਸੋ ਭਗਵੰਤ ਮਾਨ ਨੇ ਇੱਕ ਵਿਅੰਗ ਕੀਤਾ ਕਿ ਸਾਨੂੰ ਕਹਿੰਦੇ ਸੀ ਵੀ ਲਾੜਾ ਕਿੱਥੇ ਆ, ਅਸੀਂ ਤਾਂ ਭਾਈ ਆ ਬੈਠੇ ਆ, ਪੰਜਾਬ ਦੇ ਲੋਕ ਜਿਤਾਉਣ ਨੂੰ ਤਿਆਰ ਬੈਠੇ ਆ। ਪਰ ਸਿੱਧੂ ਸਾਹਿਬ ਦੱਸਣ ਕਿ ਉਹ ਲਾੜੇ ਆ ਜਾਂ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਹੋਰ ਲਾੜਾ। ਸਿੱਧੂ ਸਾਹਿਬ ਆਪਣੀ ਹਾਈ ਕਮਾਂਡ ਦੇ ਉੱਤੇ ਦਬਾਅ ਬਣਾ ਕੇ ਖੁਦ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕਰਵਾ ਕੇ ਦਿਖਾ ਦੇਣ ਤਾਂ ਅਸੀਂ ਮੰਨੀਏ। ਮਤਲਬ ਇਸ ਕਿਸਮ ਦੀਆਂ ਚੁਣੌਤੀਆਂ। ਪਰ ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਘੇਰਾ ਪਾਇਆ, ਜਿਵੇਂ SC ਕਮਿਸ਼ਨ ਦੇ ਕੋਲੇ ਸ਼ਿਕਾਇਤ ਪਹੁੰਚ ਗਈ ਹੈ, ਜਿਵੇਂ ਭਗਵੰਤ ਮਾਨ ਨੂੰ ਸਿਆਸੀ ਤੌਰ ਦੇ ਉੱਤੇ ਘੇਰਾ ਕੱਤਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਉੱਤੇ ਨਵੇਂ ਸਵਾਲ ਉੱਠੇ ਆ
ਭਗਵੰਤ ਮਾਨ ਜਲੰਧਰ ਤੇ ਨਕੋਦਰ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਹੁੰਚਦੇ ਆ। ਇੱਥੇ ਉਹਨਾਂ ਦੇ ਗਲ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਹਾਰ ਪਾਏ ਜਾਂਦੇ ਆ। ਉਹਨਾਂ ਨੇ ਆਪਦੇ ਗਲ ਦੇ ਵਿੱਚੋਂ ਹਾਰ ਲਾ ਕੇ ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੇ ਪਾ ਦਿੱਤੇ। ਇਸ ਗੱਲ ਦੇ ਉੱਤੇ ਬਹੁਤ ਵੱਡਾ ਮੁੱਦਾ ਬਣ ਗਿਆ ਕਿ ਭਗਵੰਤ ਮਾਨ ਨੇ ਇਹ ਅਪਮਾਨ ਕਰਤਾ। ਭਗਵੰਤ ਮਾਨ ਨੂੰ ਇਸ ਮਾਮਲੇ ਦੇ ਉੱਤੇ ਸਜ਼ਾ ਮਿਲਣੀ ਚਾਹੀਦੀ ਹੈ। ਭਗਵੰਤ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰੀ ਹੈ। ਇਹਨਾਂ ਨੇ ਸਨਮਾਨ ਨਹੀਂ ਅਪਮਾਨ ਕੀਤਾ, ਆਪਦੇ ਹਾਰ ਲਾ ਕੇ ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਗਲ ਦੇ ਵਿੱਚ ਪਾਤੇ ਆ। ਸੋ ਇਸ ਮਾਮਲੇ ਦੇ ਉੱਤੇ ਕੀ ਕੁਝ ਹੋਰ ਹੋ ਰਿਹਾ ਜਾਂ ਹੋ ਸਕਦਾ, ਇਹ ਬਾਅਦ ਦੇ ਵਿੱਚ ਗੱਲ ਕਰਾਂਗੇ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਵਿਵਾਦਾਂ ਵਿੱਚ ਹੈ। ਜਲੰਧਰ ਦੇ ਨਕੋਦਰ ਖੇਤਰ ਦੇ ਵਿੱਚ ਡੋਰ ਟੂ ਡੋਰ ਸਰਵੇ ਦੌਰਾਨ ਉਹਨਾਂ ਨੇ ਆਪਣੇ ਗਲ ਦੇ ਵਿੱਚ ਪਹਿਨੇ ਹੋਏ ਹਾਰ ਲਾ ਕੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਪਹਿਨਾ ਦਿੱਤੇ। ਇਸ ਨੂੰ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਅਪਮਾਨ ਦੱਸਿਆ ਗਿਆ। ਡਾਕਟਰ ਅੰਬੇਦਕਰ ਦੀ ਬੇਅਦਬੀ ਦਾ ਇਹ ਮਾਮਲਾ ਹੁਣ ਨੈਸ਼ਨਲ ਐਸਸੀ ਕਮਿਸ਼ਨ ਦੇ ਕੋਲੇ ਪਹੁੰਚ ਗਿਆ। ਕਮਿਸ਼ਨ ਨੇ ਪੂਰੇ ਮਾਮਲੇ ਦੀ ਰਿਪੋਰਟ ਹੁਣ ਤਲਬ ਕਰ ਲਈ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸਮਰਥਕ ਇਸ ਨੂੰ ਐਡਿਟਡ ਵੀਡੀਓ ਦੱਸ ਰਹੇ ਨੇ, ਪਰ ਪਾਰਟੀ ਦੇ ਵੱਲੋਂ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਅਧਿਕਾਰਤ ਤੌਰ ਦੇ ਉੱਤੇ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਸ ਸਬੰਧ ਦੇ ਵਿੱਚ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਵਾਸ BV ਨੇ ਇੱਕ ਵੀਡੀਓ ਟਵੀਟ ਕੀਤਾ। ਇਹਦੇ ਵਿੱਚ ਦਿਸ ਰਿਹਾ ਕਿ ਭਗਵੰਤ ਮਾਨ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਡਾਕਟਰ ਅੰਬੇਦਕਰ ਦੇ ਬੁੱਤ ਦੇ ਕੋਲੇ ਪਹੁੰਚੇ। ਉੱਥੇ ਇੱਕ ਔਰਤ ਹਾਰ ਲੈ ਕੇ ਖੜੀ ਹੈ। ਉਹ ਮਾਨ ਦੇ ਕੋਲੋਂ ਹਾਰ ਫੜਨਾ ਚਾਹੁੰਦੀ ਹੈ, ਪਰ ਮਾਨ ਅਚਾਨਕ ਆਪਣੇ ਗਲ ਦੇ ਵਿੱਚੋਂ ਹਾਰ ਲਾ ਕੇ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਪਹਿਨਾ ਦਿੰਦੇ ਨੇ। ਕਾਂਗਰਸੀ ਨੇਤਾ ਨੇ ਗੱਲ ਕਹੀ ਹੈ ਕਿ ਭਗਵੰਤ ਮਾਨ ਨੇ ਡਾਕਟਰ ਸਾਹਿਬ ਦਾ ਅਪਮਾਨ ਕੀਤਾ ਤੇ ਉਹ ਵੀ ਸ਼ਾਮ ਢਲਣ ਤੋਂ ਬਾਅਦ ਨਹੀਂ, ਸਗੋਂ ਦਿਨ ਦਿਹਾੜੇ, ਤੇ ਇਹਨੂੰ ਸ਼ਰਮਨਾਕ ਕਰਾਰ ਵੀ ਦਿੱਤਾ ਗਿਆ। ਦੂਜੇ ਪਾਸੇ ਜਲੰਧਰ ਦੇ ਨੇਤਾਵਾਂ ਨੇ ਵੀ ਇਸ ਮਾਮਲੇ ਤੇ ਸ਼ਿਕਾਇਤ ਦਰਜ ਕਰਵਾਈ ਹੈ। ਜਲੰਧਰ ਦੇ ਵਿੱਚ ਪੰਜਾਬ ਲੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਨੇ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਕਿਹਾ ਕਿ ਇਹ ਡਾਕਟਰ ਅੰਬੇਦਕਰ ਸਾਹਿਬ ਦਾ ਅਪਮਾਨ ਹੈ, ਜਿਸ ਨੂੰ ਲੈ ਕੇ ਦਲਿਤ ਸਮਾਜ ਦੇ ਵਿੱਚ ਗੁੱਸਾ ਹੈ। ਜੱਸਲ ਨੇ ਕਿਹਾ ਕਿ ਕਮਿਸ਼ਨ ਨੇ ਉਹਨਾਂ ਕੋਲੋਂ ਕੇਸ ਨਾਲ ਜੁੜੇ ਹੋਏ ਵੀਡੀਓ ਤੇ ਫੋਟੋ ਮੰਗੇ ਨੇ। ਉਹਨਾਂ ਨੇ ਭਗਵੰਤ ਮਾਨ ਦੇ ਉੱਤੇ ਪੁੱਠੇ ਹੱਥ ਦੇ ਨਾਲ ਇਸ ਮੂਰਤੀ ਨੂੰ ਸਲਾਮੀ ਦੇਣ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਕਮਿਸ਼ਨ ਨੂੰ ਵੀਡੀਓ ਤੇ ਆਡੀਓ ਕਲਿੱਪ ਭੇਜ ਦਿੱਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਤਾਂ ਉਦੋਂ ਮਨ ਕਈ ਕੁਝ ਸੋਚਣ ਵਾਸਤੇ, ਦਿਮਾਗ ਕਈ ਕੁਝ ਸੋਚਣ ਦੇ ਵਾਸਤੇ ਮਜਬੂਰ ਹੋ ਜਾਂਦਾ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਕੱਦ ਬੁੱਤ ਦਾ ਕੋਈ ਵੀ ਨੇਤਾ ਅੱਜ ਦੀ ਤਰੀਕ ਦੇ ਵਿੱਚ ਹੈ ਨਹੀਂ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸਨਮਾਨਯੋਗ ਨੇ। ਉਹਨਾਂ ਨੇ ਸੰਵਿਧਾਨ ਨਿਰਮਾਤਾ ਦੇ ਤੌਰ ਦੇ ਉੱਤੇ ਬਹੁਤ ਮਾਣ ਖੱਟਿਆ। ਅਸੀਂ ਸਾਰੇ ਉਹਨਾਂ ਨੂੰ ਚੇਤੇ ਕਰਦੇ ਹਾਂ, ਪਰ ਸਾਨੂੰ ਇਹ ਵੀ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸੰਵਿਧਾਨ ਨਿਰਮਾਤਾ ਦੀਆਂ ਖੁਆਇਸ਼ਾਂ ਦੇ ਉੱਤੇ, ਉਹਨਾਂ ਦੀਆਂ ਇੱਛਾਵਾਂ ਦੇ ਉੱਤੇ, ਉਹਨਾਂ ਦੀ ਸੋਚ ਦੇ ਉੱਤੇ ਕੋਈ ਵੀ ਪਾਰਟੀ, ਕੋਈ ਵੀ ਸਿਆਸੀ ਧਿਰ ਅੱਜ ਤੱਕ 100% ਖਰੀ ਨਹੀਂ ਉਤਰੀ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਨਾਂ ਦੇ ਉੱਤੇ ਰਾਜਨੀਤੀ ਵੀ ਹੁੰਦੀ ਰਹੀ ਹੈ। ਅਸੀਂ ਕਿਸੇ ਇੱਕ ਪਾਰਟੀ ਦੇ ਪੱਖ ਦੀ ਗੱਲ ਨਹੀਂ ਕਰਦੇ, ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਇਸ ਗੱਲ ਨੂੰ ਆਪਾਂ ਅਪਮਾਨ ਦੇ ਨਾਲ ਜਾਂ ਬੇਅਦਬੀ ਦੇ ਨਾਲ ਜੋੜ ਕੇ ਕਿਵੇਂ ਪੇਸ਼ ਕਰ ਸਕਦੇ ਹਾਂ। ਹੁਣ ਕੋਈ ਬੰਦਾ ਇਹ ਵੀ ਉੱਤਰ ਦੇ ਸਕਦਾ, ਭਗਵੰਤ ਮਾਨ ਕੱਲ੍ਹ ਨੂੰ ਇਹ ਵੀ ਗੱਲ ਕਹਿ ਸਕਦਾ ਕਿ ਜੀ ਮੇਰੇ ਗਲ ਦੇ ਵਿੱਚ ਹਾਰ ਪਾਏ ਗਏ, ਮੈਂ ਹੈਗਾ ਜੀ ਤੁਛ ਜਿਹਾ ਇਨਸਾਨ, ਮੇਰੀ ਕੀ ਹੋਂਦ ਆ, ਮੇਰੀ ਕੀ ਹਸਤੀ ਆ, ਮੈਂ ਤਾਂ ਪੈਰਾਂ ਦੇ ਧੂੜ ਬਰਾਬਰ ਆ, ਮੈਂ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਮੁਕਾਬਲਤਨ ਤਿਣਕਾ ਵੀ ਨਹੀਂ, ਇਸ ਕਰਕੇ ਮੈਂ ਇਹਦੇ ਕਾਬਲ ਹੀ ਨਹੀਂ ਸੀ ਹਾਰ ਪਾਉਣ ਦੇ, ਤੇ ਮੈਂ ਆਪਣੇ ਹਾਰ ਲਾ ਕੇ ਜਿਹੜੀ ਸ਼ਖਸੀਅਤ, ਜਿਹੜੀ ਮਹਾਨ ਉੱਚ ਦਮਾਲੜੀ ਹਸਤੀ ਹੈ ਜਿਹੜੀ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਉਹਨਾਂ ਦੇ ਗਲ ਦੇ ਵਿੱਚ ਹਾਰ ਪਾਤੇ, ਤਾਂ ਮੈਂ ਇਹਦੇ ਵਿੱਚ ਗਲਤ ਕੀ ਕੀਤਾ? ਜੇ ਮੈਂ ਕੁਝ ਅਪਮਾਨਜਨਕ ਸ਼ਬਦ ਵਰਤਿਆ, ਜੇਕਰ ਮੈਂ ਕੁਝ ਗਲਤ ਕਿਹਾ ਤਾਂ ਫਿਰ ਤਾਂ ਮੈਂ ਕਸੂਰਵਾਰ ਹਾਂ, ਪਰ ਮੇਰੇ ਗਲ ਦੇ ਵਿੱਚ ਹਾਰ ਪਾਏ ਗਏ, ਮੈਂ ਇਸ ਲਾਇਕ ਨਹੀਂ। ਤੇ ਜਿਹੜੀ ਸ਼ਖਸੀਅਤ ਇਹਦੇ ਲਾਇਕ ਆ, ਮੈਂ ਆਪਦੇ ਹਾਰ ਲਾ ਕੇ ਉਹਨਾਂ ਦੇ ਗਲ ਦੇ ਵਿੱਚ ਪਾਤੇ, ਤੇ ਇਹਦੇ ਵਿੱਚ ਬੇਅਦਬੀ ਤੇ ਇਹਦੇ ਵਿੱਚ ਅਪਮਾਨ ਵਾਲੀ ਗੱਲ ਕਿਹੜੀ ਹੈ? ਪਰ ਕਿਉਂਕਿ ਚੋਣ ਸੀਜ਼ਨ ਹੈ, ਇਸ ਕਰਕੇ ਇਸ ਮਾਮਲੇ ਦੇ ਉੱਤੇ ਆਹ ਕੁਝ ਹੋਣਾ ਹੀ ਹੋਣਾ। ਆਉਂਦੇ ਦਿਨਾਂ ਦੇ ਵਿੱਚ ਹੋਰ ਬੜਾ ਕੁਝ ਹੋਊਗਾ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਬਰਾਬਰ ਕੋਈ ਤੁਰਨ ਦਾ, ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਬਰਾਬਰੀ ਕੋਈ ਕਰਨ ਦਾ ਕਦੇ ਸੋਚ ਵੀ ਨਹੀਂ ਸਕਦਾ, ਕੋਈ ਹੀਆ ਹੀ ਨਹੀਂ ਕਰ ਸਕਦਾ। ਉਹ ਮਹਾਨ ਸ਼ਖਸੀਅਤ ਸਨ, ਉਹ ਮਹਾਨ ਸ਼ਖਸੀਅਤ ਹਨ, ਉਹ ਮਹਾਨ ਸ਼ਖਸੀਅਤ ਰਹਿਣਗੇ। ਤੇ ਸਾਡੇ ਸਭ ਦੇ ਲਈ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਅਸੀਂ ਉਹਨਾਂ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਅੱਜ ਤੱਕ ਚੱਲ ਸਕੇ ਹਾਂ? ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਈਏ, ਕੀ ਅਸੀਂ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਕ ਚੱਲਣ ਦੀ ਕਦੇ ਕੋਸ਼ਿਸ਼ ਕੀਤੀ ਹੈ? ਜੋ ਉਹਨਾਂ ਦੀ ਸੋਚ ਸੀ ਉਹਦੇ ਉੱਤੇ ਕਦੇ ਖਰੇ ਉਤਰਨ ਦੀ ਕੋਸ਼ਿਸ਼ ਕੀਤੀ ਹੈ? ਸੋ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਣਗੀਆਂ। ਮੈਨੂੰ ਹੈਰਾਨੀ ਹੁੰਦੀ ਹੈ ਕਦੇ ਕਦੇ ਵੀ ਬਹੁਤ ਵੱਡੇ ਵੱਡੇ ਪੰਜਾਬ ਦੇ ਦੇਸ਼ ਦੇ ਮੁੱਦੇ ਆ, ਉਹਨਾਂ ਦੇ ਉੱਤੇ ਗੱਲ ਕੋਈ ਨਹੀਂ ਹੁੰਦੀ,
ਤੇ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਬਹੁਤ ਵੱਡਾ ਮਸਲਾ ਵੀ ਖੜਾ ਹੁੰਦਾ। ਨਵਜੋਤ ਸਿੰਘ ਸਿੱਧੂ ਇਹ ਗੱਲ ਕਹੀ ਜਾਂਦੇ ਜੀ ਕਿ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ। ਮੈਂ ਸਿੱਧੂ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਕਿ ਅੱਜ ਵੀ ਕਰਦਾ ਕਿ ਦੇਖੋ ਜੀ ਉਹਨਾਂ ਨੇ ਧੋਖਾ ਕੀਤਾ, ਇਹ ਵੀ ਮੰਨ ਗਏ, ਪਰ ਆਪ ਜੀ ਦੱਸੋ ਵੀ ਆਪ ਜੀ ਪੰਜਾਬ ਦੇ ਲਈ ਕਦੋਂ ਕੀ ਤੇ ਕਿਵੇਂ ਕੁਝ ਕਰੋਗੇ। ਆਪ ਜੀ ਪੰਜਾਬ ਮਾਡਲ ਦੀ ਗੱਲ ਕਰਦੇ ਹੋ, ਉਹਦੇ ਨਾਲ ਪੌਣੇ ਕਾਂਗਰਸੀ ਸਹਿਮਤ ਨਹੀਂ ਹੈਗੇ। ਸੋ ਪੰਜਾਬ ਮਾਡਲ ਹੋਵੇ, ਵਧੀਆ ਹੋਵੇ, ਪਰ ਆਪ ਜੀ ਨੂੰ ਖੁਦ ਨੂੰ ਨਹੀਂ ਇਹ ਪਤਾ ਕਿ ਆਪ ਜੀ ਨੂੰ ਕੋਈ ਸੀਐਮ ਕੈਂਡੀਡੇਟ ਐਲਾਨ ਰਿਹਾ ਕਿ ਨਹੀਂ ਐਲਾਨ ਰਿਹਾ। ਇਹ ਬਾਕੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਕਹਿੰਦੇ ਆ। ਸੋ ਪੰਜਾਬ ਦੇ ਚੋਣ ਦੰਗਲ ਦੇ ਵਿੱਚ ਹਾਲੇ ਹੋਰ ਬਹੁਤ ਕੁਝ ਹੋਣਾ ਬਾਕੀ ਹੈ, ਜਿਹੜਾ ਚੰਗੇ ਤੋਂ ਕਾਫੀ ਸ਼ਾਇਦ ਉਲਟ ਵੀ ਹੋਵੇ। ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਕਿੰਨਾ ਤੇ ਕਿੱਥੇ-ਕਿੱਥੇ ਆ, ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ। ਘਰ ਦੇ ਵਿੱਚੋਂ ਸ਼ੁਰੂ ਹੋ ਕੇ ਭ੍ਰਿਸ਼ਟਾਚਾਰ ਸਿਖਰਲੀ ਕੁਰਸੀ ਤੱਕ ਜਾਂਦਾ ਤੇ ਜਿਵੇਂ-ਜਿਵੇਂ ਜਾਂਦਾ ਤੇ ਜੋ ਕੁਝ ਹੁੰਦਾ, ਇਹਦੇ ਬਾਬਤ ਬੱਚੇ ਨੂੰ ਵੀ ਇਲਮ ਹੈ। ਪਰ ਅਸੀਂ ਇਸ ਗੱਲ ਤੋਂ ਮੁਨਕਰ ਆ, ਅਸੀਂ ਮੰਨਦੇ ਨਹੀਂ ਹੁੰਦੇ ਆਮ ਤੌਰ ਦੇ ਉੱਤੇ ਕਿ ਨਹੀਂ ਅਸੀਂ ਤਾਂ ਬਹੁਤ ਇਮਾਨਦਾਰ ਹਾਂ। ਪਰ ਬੰਦੇ ਨੂੰ ਆਪਦੀ ਪੜਚੋਲ ਆਪੇ ਕਰ ਲੈਣੀ ਚਾਹੀਦੀ ਹੈ ਕਿ ਮੈਂ ਖੁਦ ਕਿੰਨਾ ਕੁ ਇਮਾਨਦਾਰ ਹਾਂ। ਸਾਡੀ ਇੱਕ ਸਮੱਸਿਆ ਇਹ ਹੈ ਜੀ ਕਿ ਅਸੀਂ ਖੁਦ ਦੀ ਪੜਚੋਲ ਕਰਦੇ ਨਹੀਂ ਤੇ ਦੂਜੇ ਬਾਰੇ ਸਾਨੂੰ ਸਾਰੀ ਜਾਣਕਾਰੀ ਹੁੰਦੀ ਹੈ ਕਿ ਇਹ ਭ੍ਰਿਸ਼ਟਾਚਾਰੀ ਕਿੰਨਾ ਕੁ, ਇਹ ਚਰਿੱਤਰ ਦਾ ਕਿੰਨਾ ਕੁ ਚੰਗਾ, ਜਦ ਕਿ ਲੋੜ ਇਹ ਹੈ ਕਿ ਸਾਰੇ ਆਪੋ ਆਪਣੇ ਕਿਰਦਾਰ ਦੀ ਪੜਤਾਲ ਕਰ ਲੈਣ, ਪੜਚੋਲ ਕਰ ਲੈਣ ਵੀ ਅਸੀਂ ਕਿੱਥੇ ਜੇ ਖੜੇ ਆ। ਭਾਰਤ ਦੇ ਬਾਰੇ ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਬਾਰੇ ਵੀ ਕਿਹੜਾ ਦੇਸ਼ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ ਕਿਹੜੇ ਨੰਬਰ ਤੇ ਖੜਾ, ਇਹਦੇ ਬਾਬਤ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਵਿੱਚ ਭਾਰਤ ਵੀ ਭ੍ਰਿਸ਼ਟਾਚਾਰੀਆਂ ਦੀ ਸੂਚੀ 'ਚ ਸ਼ਾਮਲ ਹੈ। ਕਿਸੇ ਦੇਸ਼ ਦੇ ਵਿੱਚ ਭੋਰਾ ਘੱਟ ਭ੍ਰਿਸ਼ਟਾਚਾਰ ਹੈ, ਕਿਸੇ ਦੇ ਵਿੱਚ ਬਿਲਕੁਲ ਵੀ ਹੈ ਨਹੀਂ। ਕੋਈ ਸਿਖਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿਸੇ ਇੱਕ ਨੂੰ ਉਲਾਂਭਾ ਦੇ ਕੇ, ਕਿਸੇ ਇੱਕ ਸਿਆਸੀ ਧਿਰ ਨੂੰ ਉਲਾਂਭਾ ਦੇ ਕੇ ਅਸੀਂ ਆਪ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਭਾਈ ਭ੍ਰਿਸ਼ਟਾਚਾਰ ਉਹਨਾਂ ਨੇ ਫੈਲਾਇਆ, ਅਸੀਂ ਨਹੀਂ ਹੈਗੇ। ਸਾਰਿਆਂ ਨੇ ਰੱਜ ਕੇ ਫੈਲਾਇਆ। ਵੋਟਰ ਨੇ ਹੋਰ ਤਰੀਕੇ ਦਾ ਫੈਲਾਇਆ ਕਿਉਂਕਿ ਉਹਨੇ ਲਾਲਚਾਂ ਦੇ ਵਿੱਚ ਵੋਟ ਪਾਈ। ਨੇਤਾ ਨੇ ਇਸ ਕਰਕੇ ਫੈਲਾਇਆ ਕਿਉਂਕਿ ਉਹਨੇ ਲਾਲਚ ਦਿੱਤੇ ਆ, ਉਹਨੇ ਪੈਸੇ ਪੂਰੇ ਕਰਨੇ ਆ। ਐਤਕੀ ਵੀ ਸਾਡੇ ਹੱਥ ਦੇ ਵਿੱਚ 5 ਸੂਬਿਆਂ ਦੇ ਵਿੱਚ ਹੈਗਾ ਬਹੁਤ ਕੁਝ। ਉਹਨਾਂ ਸੂਬਿਆਂ ਦੇ ਵਿੱਚੋਂ ਸ਼ਾਇਦ ਅਸੀਂ ਕੁਝ ਹੱਦ ਤੱਕ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਘਟਾ ਸਕੀਏ ਜੇਕਰ ਵੋਟ ਅਧਿਕਾਰ ਦੀ ਸਹੀ ਤਰੀਕੇ ਨਾਲ ਵਰਤੋਂ ਹੋਗੀ। ਪਰ ਪਾਕਿਸਤਾਨ ਦੇ ਵਿੱਚ ਭ੍ਰਿਸ਼ਟਾਚਾਰ ਸਿਖਰ ਦੇ ਉੱਤੇ ਆ। ਹੋਰ ਕਈ ਦੇਸ਼ ਇੰਨੇ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਸ਼ਿਕਾਰ ਹੈ ਵੀ ਪੁੱਛੋ ਹੀ ਕੁਝ ਨਾ। ਭਾਰਤ ਦਾ ਨੰਬਰ ਕਹਿੰਦੇ ਬਾਕੀਆਂ ਨਾਲੋਂ ਕੁਝ ਕੁ ਨਾਲੋਂ ਠੀਕ ਹੈ, ਪਰ ਹੈ ਇੱਥੇ ਵੀ ਬਹੁਤ ਵੱਡਾ ਭ੍ਰਿਸ਼ਟਾਚਾਰ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭ੍ਰਿਸ਼ਟਾਚਾਰ ਤੇ ਨਜ਼ਰ ਰੱਖਣ ਵਾਲੀ ਸੰਸਥਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੈਕਸ ਨੇ 2021 ਵਾਸਤੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਹੈ। ਭਾਰਤ ਇਹਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਹੀ 85ਵੇਂ ਨੰਬਰ ਦੇ ਉੱਤੇ ਹੈ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ 16 ਨੰਬਰ ਥੱਲੇ ਪਹੁੰਚ ਕੇ 140ਵੇਂ ਨੰਬਰ ਦੇ ਉੱਤੇ ਪਹੁੰਚ ਗਿਆ। ਇੱਥੇ ਇਹਦਾ ਸਾਥ ਦੇਣ ਦੇ ਲਈ ਮਿਆਂਮਾਰ ਮੌਜੂਦ ਹੈ। ਯੂਰਪੀਅਨ ਦੇਸ਼ਾਂ ਦੇ ਵਿੱਚ ਕਰਪਸ਼ਨ ਤੇ ਮਨੁੱਖੀ ਅਧਿਕਾਰਾਂ ਦੇ ਹਾਲਾਤ ਬਹੁਤ ਬਿਹਤਰ ਨੇ। ਇਹੀ ਕਾਰਨ ਹੈ ਕਿ ਇਸ ਰੇਟਿੰਗ ਦੇ ਵਿੱਚ ਇਹਨਾਂ ਦੇਸ਼ਾਂ ਦਾ ਦਬਦਬਾ ਕਾਇਮ ਹੈ। ਇਸ ਇੰਡੈਕਸ ਦੇ ਵਿੱਚ 0 ਤੋਂ ਲੈ ਕੇ 100 ਅੰਕਾਂ ਦਰਮਿਆਨ ਰੇਟਿੰਗ ਦਿੱਤੀ ਜਾਂਦੀ ਹੈ। ਜਿਹੜੇ ਦੇਸ਼ ਦੇ ਨੰਬਰ ਜਿੰਨੇ ਜ਼ਿਆਦਾ ਹੁੰਦੇ ਨੇ ਉਹ ਸਭ ਤੋਂ ਘੱਟ ਕਰਪਟ ਮੰਨਿਆ ਜਾਂਦਾ ਹੈ। ਜਿਹੜੇ ਦੇਸ਼ਾਂ ਦੇ ਨੰਬਰ ਘੱਟ ਹੁੰਦੇ ਨੇ ਉਹ ਭ੍ਰਿਸ਼ਟਾਚਾਰ ਵਿੱਚ ਸਭ ਤੋਂ ਉੱਤੇ ਮੰਨਿਆ ਜਾਂਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਜੇਕਰ ਕਿਸੇ ਦੇਸ਼ ਦੇ ਨੰਬਰ 0 ਨੇ ਤਾਂ ਉਹਨੂੰ ਕਰਪਸ਼ਨ ਦੇ ਵਿੱਚ ਸਭ ਤੋਂ ਸਿਖਰ ਦੇ ਉੱਤੇ ਮੰਨਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਕਿਸੇ ਦੇਸ਼ ਦੇ ਨੰਬਰ 100 ਨੇ ਤਾਂ ਇਹਦੇ ਮਾਇਨੇ ਇਹ ਹੋਏ ਕਿ ਇੱਥੇ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੈ। CPI ਯਾਨੀ ਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਦੁਨੀਆ ਵਿੱਚ ਕਰਪਸ਼ਨ ਨੂੰ ਘੱਟ ਕਰਨ ਦੇ ਉਪਾਅ ਲਗਾਤਾਰ ਫਿੱਕੇ ਪੈਂਦੇ ਨਜ਼ਰ ਆ ਰਹੇ ਨੇ। ਮਨੁੱਖੀ ਅਧਿਕਾਰ ਤੇ ਲੋਕਤੰਤਰ ਦੇ ਉੱਤੇ ਵੀ ਹਮਲੇ ਹੋ ਰਹੇ ਨੇ। ਕੁਝ ਦੇਸ਼ COVID-19 ਦਾ ਬਹਾਨਾ ਬਣਾ ਕੇ ਬੁਨਿਆਦੀ ਤੌਰ ਦੇ ਉੱਤੇ ਆਜ਼ਾਦੀ ਨੂੰ ਕਾਬੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ 131 ਦੇਸ਼ਾਂ ਨੇ 10 ਸਾਲ ਭ੍ਰਿਸ਼ਟਾਚਾਰ ਦੇ ਉੱਤੇ ਕਾਬੂ ਪਾਉਣ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ। 2/3 ਦੇਸ਼ ਇਹੋ ਜਿਹੇ ਨੇ ਜਿਨ੍ਹਾਂ ਦਾ ਸਕੋਰ 50 ਤੋਂ ਘੱਟ ਹੈ ਤੇ ਇਹ ਬਹੁਤ ਵੱਡਾ ਮੁੱਦਾ ਹੈ ਜਿਹਦੇ ਵੱਲ ਕੋਈ ਖਿਆਲ ਨਹੀਂ ਕਰ ਰਿਹਾ। ਰੁਤਬੇ ਤੇ ਤਾਕਤ ਦੇ ਬਾਵਜੂਦ ਅਮਰੀਕਾ ਟੌਪ 5 ਦੇਸ਼ਾਂ ਤੋਂ ਬਹੁਤ ਦੂਰ ਹੈ। 27ਵੇਂ ਨੰਬਰ ਤੇ ਉਹਦਾ ਸਕੋਰ ਇੱਥੇ 67 ਰਿਹਾ। ਭਾਰਤ ਪਿਛਲੇ ਸਾਲ ਯਾਨੀ ਕਿ 2020 ਦੀ ਰੈਂਕਿੰਗ ਦੇ ਮੁਤਾਬਕ ਹੀ 85ਵੇਂ ਨੰਬਰ ਦੇ ਉੱਤੇ ਖੜਾ। ਹੁਣ ਵੀ ਉੱਥੇ ਹੀ ਹੈ ਤੇ ਪਹਿਲਾਂ ਵੀ ਉੱਥੇ ਹੀ ਸੀ। ਇਹਦਾ ਸਕੋਰ 40 ਬਣਦਾ ਹੈ। ਸਾਡੇ ਹੀ ਪੌੜੀ ਦੇ ਡੰਡੇ ਉੱਤੇ ਮਾਲਦੀਵ ਹੈ। ਸਾਡਾ ਇੱਕ ਹੋਰ ਗਵਾਂਢੀ ਦੇਸ਼ ਬੰਗਲਾਦੇਸ਼ 26 ਸਕੋਰ ਦੇ ਨਾਲ 147ਵੇਂ ਸਥਾਨ ਦੇ ਉੱਤੇ ਪਹੁੰਚਿਆ ਹੋਇਆ। ਸ਼੍ਰੀਲੰਕਾ 37 ਸਕੋਰ ਦੇ ਨਾਲ 102ਵੇਂ ਸਥਾਨ ਦੇ ਉੱਤੇ ਹੈ। 180 ਦੇਸ਼ਾਂ ਦੀ ਇਸ ਸੂਚੀ ਦੇ ਵਿੱਚ ਅਫਗਾਨਿਸਤਾਨ 174ਵੇਂ ਸਥਾਨ ਦੇ ਉੱਤੇ ਹੈ ਤੇ ਉਹਦਾ ਸਕੋਰ 16 ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਭਾਰਤ ਦਾ ਨਾਂ ਵੱਜਦਾ ਤੇ ਗੱਜਦਾ ਰਹਿੰਦਾ ਅਕਸਰ ਇਹਦੇ ਉੱਤੇ ਦੁੱਖ ਹੁੰਦਾ। ਅਸੀਂ ਭਾਰਤ ਦੇ ਜੰਮੇ ਜਾਏ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਹਾਂ ਉੱਥੋਂ ਦੇ ਢਾਂਚੇ ਦੇ ਵਿੱਚ ਫਿੱਟ ਹੋਣ ਲੱਗੇ ਕੁਝ ਕੁ ਹਫ਼ਤੇ ਜਾਂ ਕੁਝ ਕੁ ਮਹੀਨੇ ਲਾਉਂਦੇ ਆ। ਪਰ ਭਾਰਤ ਦੇ ਜਿਹੜੇ ਨੇਤਾ ਤੇ ਭਾਰਤ ਦੇ ਵੱਡੀ ਗਿਣਤੀ ਵਿੱਚ ਆਮ ਲੋਕ ਆ ਜਿਹੜੇ ਉਹ ਇਮਾਨਦਾਰੀ ਦੀ ਅਹਿਮੀਅਤ ਨੂੰ ਸਮਝਦੇ ਘੱਟ ਆ।
ਹਾਲਾਂਕਿ ਅਸੀਂ ਇਹ ਵੀ ਗੱਲ ਕਹਿ ਸਕਦੇ ਸਾਡੇ ਤੋਂ ਉੱਤੇ ਵੀ ਬੜੇ ਭ੍ਰਿਸ਼ਟਾਚਾਰ ਵਾਲੇ ਦੇਸ਼ ਹੈਗੇ ਆ, ਪਰ ਅਸੀਂ ਪਹਿਲਾਂ ਆਪਦੇ ਘਰ ਦੀ ਗੱਲ ਕਰਦੇ, ਦੂਜੇ ਘਰ ਦੀ ਗੱਲ ਸਾਨੂੰ ਕਰਨ ਦਾ ਅਧਿਕਾਰ ਨਹੀਂ। ਕਿਉਂਕਿ ਜੇਕਰ ਅਸੀਂ ਦੇਖਣਾ ਹੀ ਆ ਤਾਂ ਆਪਦੇ ਤੋਂ ਵੱਧ ਭ੍ਰਿਸ਼ਟਾਚਾਰੀਆਂ ਨੂੰ ਕਿਉਂ ਦੇਖਾਂਗੇ, ਆਪਦੇ ਤੋਂ ਵੱਧ ਇਮਾਨਦਾਰਾਂ ਵੱਲ ਕਿਉਂ ਨਾ ਦੇਖੀਏ। ਇੱਕ ਨੰਬਰ ਦੇ ਉੱਤੇ ਦੇਸ਼ ਵੀ ਹੈਗਾ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਹੀਂ, ਸਗੋਂ ਇਮਾਨਦਾਰੀ ਦੇ ਮਾਮਲੇ ਦੇ ਵਿੱਚ ਹੈ। ਫਿਰ ਅਸੀਂ ਭ੍ਰਿਸ਼ਟਾਚਾਰੀਆਂ ਦੇ ਵੱਲ ਕਿਹੜੀ ਗੱਲੋਂ ਝਾਕਣਾ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਭਾਰਤ ਦੇ ਵਿੱਚ ਤੰਦ ਨਹੀਂ ਤਾਣੀ ਉਲਝੀ ਹੋਈ ਹੈ ਇਸ ਮਾਮਲੇ 'ਤੇ। ਸਾਰੇ ਪਾਸੇ ਇੱਕ ਇਹੋ ਜਿਹਾ ਰੌਲਾ ਪਿਆ ਵੀ ਜਿਹਦਾ ਜਿੱਥੋਂ ਸੂਤ ਲੱਗਦਾ ਉਹ ਲੁੱਟ ਲਓ, ਉਹ ਕੁੱਟ ਲਓ, ਹਾਸਲ ਕਰ ਲਓ ਸਭ ਕੁਝ। ਮੈਂ ਪਿਛਲੇ ਦਿਨੀ ਇੱਕ ਰਿਪੋਰਟ ਪੜ੍ਹੀ, ਉਹਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ ਇਸ ਕਰੋਨਾ ਮਹਾਮਾਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁ ਗਿਣਤੀ ਲੋਕ ਭਾਰਤ ਦੇ ਜਿਹੜੇ ਉਹ ਆਰਥਿਕ ਤੌਰ 'ਤੇ ਟੁੱਟੇ ਆ, ਆਮਦਨ ਘਟੀ ਆ। ਪਰ ਭਾਰਤ ਦੇ ਤੇ ਦੁਨੀਆ ਦੇ 10 ਲੋਕ ਇਹੋ ਜਿਹੇ ਆ ਜਿਹੜੇ ਖਰਬਪਤੀ ਪਹਿਲਾਂ ਵੀ ਸੀ, ਉਹਨਾਂ ਦੀ ਆਮਦਨ 2 ਗੁਣਾ ਤੋਂ ਵੱਧ ਹੋ ਗਈ, 3 ਗੁਣਾ ਹੋ ਗਈ ਆ ਇਸ ਕਰੋਨਾ ਮਹਾਮਾਰੀ ਦੇ ਵਿੱਚ ਹੀ। ਯਾਨੀ ਕਿ ਅਮੀਰ ਤੇ ਗਰੀਬ ਦਾ ਪਾੜਾ ਇਸ ਕਦਰ ਵੱਧ ਰਿਹਾ। ਕੋਈ ਅਮੀਰ ਅਮੀਰ ਹੋਈ ਜਾਂਦਾ, ਗਰੀਬ ਗਰੀਬ ਹੋਈ ਜਾਂਦਾ। ਭ੍ਰਿਸ਼ਟਾਚਾਰੀ ਹੈ ਜਿਹੜਾ ਭ੍ਰਿਸ਼ਟਾਚਾਰ ਕਰ ਕਰਕੇ ਨੋਟਾਂ ਦੇ ਢੇਰ ਲਾਈ ਜਾਂਦਾ ਤੇ ਗਰੀਬ ਲੋਕਾਂ ਨੂੰ ਚੂੰਡ ਕੇ ਉਹ ਆਪਦੇ ਮਹਿਲ ਬਣਾਈ ਜਾਂਦਾ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ। ਬਰਾਬਰਤਾ ਵਾਲੀ ਗੱਲ ਕੋਈ ਹੈ ਨਹੀਂ ਭਾਰਤ ਦੇ ਵਿੱਚ, ਦੁਨੀਆ ਦੇ ਬਾਕੀ ਦੇਸ਼ਾਂ 'ਚ ਵੀ ਹਾਲਾਤ ਇਹੋ ਜਿਹੇ ਆ। ਡੇਰਾ ਸਿਰਸਾ ਦੇ ਵਿੱਚ ਰੌਣਕਾਂ ਫੇਰ ਲੱਗੀਆਂ ਪਈਆਂ। ਡੇਰਾ ਸਿਰਸਾ ਦੇ ਵਿੱਚ ਆਪਾਂ ਜਾਣਦੇ ਕਿ ਨਾਮ ਚਰਚਾ ਹੋ ਰਹੀ ਹੈ, ਵੱਡੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਉੱਥੇ ਪਹੁੰਚੀ ਹੈ। ਰਾਜਨੀਤਿਕ ਲੋਕਾਂ ਦੀਆਂ ਗੱਡੀਆਂ ਵੀ ਉੱਥੇ ਘੂਕਾਂ ਪਾਉਂਦੀਆਂ ਗਈਆਂ। ਪੰਜਾਬ ਦੇ ਵਿੱਚ ਚੋਣਾਂ ਸਿਖਰ ਦੇ ਉੱਤੇ ਆ, ਮਾਹੌਲ ਤਪਿਆ ਹੋਇਆ। ਇਸ ਕਰਕੇ ਰਾਜਨੀਤਿਕ ਲੋਕਾਂ ਨੂੰ ਇਹ ਲੱਗਦਾ ਜੀ ਕਿ ਜੇਕਰ ਡੇਰਿਆਂ ਦੀ ਕਿਰਪਾ ਹੋ ਗਈ ਤਾਂ ਫਿਰ ਸਾਡੀ ਪੌਂ ਬਾਰਾ ਹੋ ਜਾਣੀ ਹੈ, ਫਿਰ ਸਾਡਾ ਚਿੱਕੜ ਦੇ ਵਿੱਚ ਫਸਿਆ ਹੋਇਆ ਗੱਡਾ ਨਿਕਲ ਜਾਣਾ। ਸੋ ਇਹ ਗੱਡਾ ਚਿੱਕੜ ਦੇ ਵਿੱਚੋਂ ਨਿਕਲੇ, ਇਸੇ ਕਰਕੇ ਪੰਜਾਬ ਦੇ ਕਈ ਵੱਖ-ਵੱਖ ਪਾਰਟੀਆਂ ਦੇ ਨੇਤਾ ਸਿਰਸੇ ਵਾਲੇ ਡੇਰੇ ਦੇ ਵਿੱਚ ਲੰਘੇ ਕੱਲ੍ਹ ਗਏ ਆ, ਪਰਸੋਂ ਵੀ ਗਏ ਆ ਕਈ। ਉਹਨਾਂ ਨੇ ਵੈਸੇ ਮੰਨਣਾ ਨਹੀਂ, ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਉਹ ਕਹਿੰਦੇ ਨੇ ਮੈਂ ਨਹੀਂ ਗਿਆ ਜੀ, ਉਹ ਤਾਂ ਤੁਹਾਨੂੰ ਭੁਲੇਖਾ ਪੈ ਗਿਆ, ਫਲਾਣਾ ਵੀ ਤਾਂ ਜਾਂਦਾ ਹੀ ਆ। ਆਹ ਗੱਲਾਂ ਕਰਕੇ ਬੁੱਤਾਂ ਸਾਰਦੇ ਆ। ਕਿਸੇ ਨੇ ਕਿਸੇ ਡੇਰੇ ਦੇ ਉੱਤੇ ਜਾਣਾ, ਕਿਸੇ ਧਰਮ ਨੂੰ ਮੰਨਣਾ ਨਹੀਂ ਮੰਨਣਾ ਇਹ ਉਹਦੀ ਨਿੱਜੀ ਮਰਜ਼ੀ ਹੈ। ਪਰ ਹੈਰਾਨੀ ਉਸ ਵਕਤ ਹੁੰਦੀ ਹੈ ਜਦੋਂ ਕਿ ਹੁਕਮਨਾਮਾ ਜਾਰੀ ਹੁੰਦਾ ਅਕਾਲ ਤਖਤ ਸਾਹਿਬ ਤੋਂ, ਪਰ ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆਂ ਦੇ ਲੋਕ ਵੋਟਾਂ ਮੰਗਣ ਦੇ ਲਈ ਵੱਖ-ਵੱਖ ਡੇਰਿਆਂ ਦੇ ਵਿੱਚ ਵੀ ਜਾਂਦੇ ਆ। ਜਦ ਕਿ ਪੰਥ ਦੀ ਗੱਲ ਵੀ ਕਰਦੇ ਆ ਤੇ ਡੇਰਿਆਂ ਵਿੱਚ ਵੀ ਜਾਂਦੇ ਆ, ਸਿੱਖੀ ਦੀ ਗੱਲ ਵੀ ਕਰਦੇ ਆ, ਡੇਰਿਆਂ ਦੇ ਵਿੱਚ ਵੀ ਜਾਂਦੇ ਆ। ਇਹਨਾਂ ਗੱਲਾਂ ਦੇ ਉੱਤੇ ਪਹਿਲਾਂ ਵੀ ਰੌਲਾ ਪੈਂਦਾ ਰਿਹਾ, ਹੁਣ ਵੀ ਪੈ ਰਿਹਾ। ਇਹ ਜਾਂਦੇ ਰਹਿਣਗੇ, ਪਹਿਲਾਂ ਵੀ ਗਏ ਆ। ਇਹਨਾਂ ਨੇ ਵੋਟਾਂ ਦੇਖਣੀਆਂ, ਡੇਰਿਆਂ ਨੇ ਆਪਣਾ ਕੰਮ ਦੇਖਣਾ। ਸੋ ਇਹ ਸਾਰੇ ਇੱਕ ਦੂਜੇ ਦੇ ਪੂਰਕ ਹੋਏ ਪਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਡੇਰਾ ਸਿਰਸਾ ਦੇ ਵਿੱਚ ਇੱਕ ਵਾਰ ਫਿਰ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡੇਰੇ ਦੇ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ। ਇਸ ਨਾਲ ਡੇਰੇ ਦੇ ਵਿੱਚ ਇੱਕ ਵਾਰ ਫਿਰ ਪੁਰਾਣੀ ਰੌਣਕ ਦੇਖਣ ਨੂੰ ਮਿਲੀ। ਡੇਰੇ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਚਿੱਠੀ ਵੀ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਗਈ। ਦੱਸਿਆ ਜਾ ਰਿਹਾ ਕਿ ਜੇਲ੍ਹ ਤੋਂ ਰਾਮ ਰਹੀਮ ਦੀ ਇਹ 8ਵੀਂ ਚਿੱਠੀ ਹੈ ਜਿਸ ਨੂੰ ਪ੍ਰੋਗਰਾਮ ਦੇ ਵਿੱਚ ਸਾਰਿਆਂ ਸਾਹਮਣੇ ਪੜ੍ਹਿਆ ਗਿਆ। ਇਸ ਦੌਰਾਨ ਗੁਰਮੀਤ ਰਾਮ ਰਹੀਮ ਨੇ ਜਲਦੀ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਗੱਲ ਵੀ ਕਹੀ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਹੁੰਚੇ। ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨਾਲ ਡੇਰੇ ਵਿੱਚ ਪੁਰਾਣੀ ਰੌਣਕ ਫਿਰ ਦੇਖਣ ਨੂੰ ਮਿਲੀ। ਇਸ ਦੌਰਾਨ ਚਿੱਠੀ ਦੇ ਵਿੱਚ ਗੁਰਮੀਤ ਰਾਮ ਰਹੀਮ ਨੇ ਲਿਖਿਆ ਕਿ ਜੇਕਰ ਪਰਮ ਪਿਤਾ ਨੇ ਚਾਹਿਆ ਤਾਂ ਅਸੀਂ ਜਲਦ ਤੁਹਾਡੇ ਦਰਸ਼ਨ ਕਰਾਂਗੇ। ਇਸ ਦੌਰਾਨ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਡੇਰਾ ਸੱਚਾ ਸੌਦਾ ਪਹੁੰਚੇ। ਇਸ ਦੌਰਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਰਦੂਲਗੜ੍ਹ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤੇ ਪਟਿਆਲਾ ਦਿਹਾਤੀ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵੀ ਡੇਰੇ ਪਹੁੰਚੇ ਤੇ ਲੋਕਾਂ ਨਾਲ ਮੁਲਾਕਾਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸਿਆਸੀ ਆਗੂ ਲਗਾਤਾਰ ਸਿਰਸੇ ਵਾਲੇ ਡੇਰੇ ਦੇ ਵਿੱਚ ਪਹੁੰਚ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਦਾ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਾ ਰਹੇ ਆ, ਮੈਨੂੰ ਜ਼ਾਤੀ ਤੌਰ ਦੇ ਉੱਤੇ ਕੋਈ ਬਹੁਤੀ ਵੱਡੀ ਹੈਰਾਨੀ ਨਹੀਂ ਹੁੰਦੀ, ਕਿਉਂਕਿ ਬਿਆਸ ਵਾਲੇ ਡੇਰੇ 'ਚ ਵੀ ਇਵੇਂ ਜਾਂਦੇ ਆ, ਬਾਕੀ ਵੱਖ-ਵੱਖ ਡੇਰਿਆਂ ਦੇ ਵੱਲ ਵੀ ਇਉਂ ਹੀ ਗੱਡੀਆਂ ਜਾਂਦੀਆਂ। ਕਈ ਡੇਰੇ ਪੰਜਾਬ ਦੇ ਵਿੱਚ ਚੰਗੇ ਤਰੀਕੇ ਨਾਲ ਵੀ ਕੰਮ ਕਰਦੇ, ਕਈ ਨਹੀਂ ਵੀ ਕਰਦੇ। ਕਈਆਂ ਦੇ ਉੱਤੇ ਚੰਗੇ ਦਾ ਪਰਦਾ ਭਰਮ ਬਣਿਆ ਹੋਇਆ, ਕਈ ਸੱਚੇ ਮੁੱਚੀ ਆ ਇੱਕ ਪਾਸੇ ਹੋਏ ਵੇ ਵੀ ਭਾਈ ਆਪਾਂ ਤਾਂ ਇਹੀ ਕੰਮ ਚਲਾਉਂਦੇ ਆ। ਸੋ ਸਿਰਸੇ ਵਾਲੇ ਡੇਰੇਦਾਰ ਦੇ ਨਾਲ ਕਈ ਕਿਸਮ ਦੇ ਵਿਵਾਦ ਜੁੜੇ ਹੋਏ ਆ, ਜਿਹਦੇ ਕਰਕੇ ਇਹ ਖਬਰਾਂ ਵੱਡੀਆਂ ਹੋ ਜਾਂਦੀਆਂ। ਸੋ ਰਾਜਨੀਤਿਕ ਲੋਕਾਂ ਨੂੰ ਅਕਸਰ ਚੋਣਾਂ ਦੇ ਮੌਕੇ ਡੇਰਿਆਂ ਦੀ ਯਾਦ ਆਉਂਦੀ ਆ। ਡੇਰੇਦਾਰ ਵੀ ਜਾਣਦੇ ਆ ਕਿ ਇਹਨਾਂ ਨੇ ਆਉਣਾ ਕਿਹੜੇ ਮੌਕੇ ਹੁੰਦਾ। ਪਰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਡੇਰੇਦਾਰ ਨੇ ਜਿਹੜੀ ਵੀ ਇਸ਼ਾਰੇ ਦੀ ਗੱਲ ਕਰਤੀ, ਉਹਨੂੰ ਡੇਰੇ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਅੱਗੇ ਕਿਵੇਂ ਪੇਸ਼ ਕੀਤਾ ਜਾਂਦਾ ਹੈ, ਇਹਦੇ ਉੱਤੇ ਨਿਰਭਰ ਕਰਦਾ ਜੀ ਕਿ ਵੋਟਾਂ ਕਿਹੜੇ ਪਾਸੇ ਨੂੰ ਭੁਗਤਣੀਆਂ ਤੇ ਕਿਹੜੇ ਪਾਸੇ ਨੂੰ ਨਹੀਂ। ਪਰ ਐਤਕੀ ਜਿਸ ਤਰੀਕੇ ਨਾਲ ਬੀਜੇਪੀ ਪੰਜਾਬ ਦੇ ਕੁਝ ਆਗੂ ਸਿਫਤਾਂ ਦੇ ਪੁਲ ਬਣ ਰਹੇ ਆ, ਉਹ ਕਹਿ ਰਹੇ ਜੀ ਕਿ ਸੰਤ ਜੀ ਨੇ ਉਹ ਤਾਂ ਡੇਰੇਦਾਰ, ਇਹ ਗਲਤ ਹੋਇਆ, ਇਹ ਧੱਕਾ ਹੋਇਆ। ਇਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ, ਸ਼ਾਇਦ ਵੋਟਾਂ ਐਤਕੀ ਉਹ ਆਪਣੇ ਖਾਤੇ ਦੇ ਵਿੱਚ ਪਵਾ ਲੈਣ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪਿਛਲੇ ਦਿਨੀ ਬੱਲੂਆਣਾ ਤੋਂ ਇੱਕ ਅਕਾਲੀ ਦਲ ਦੇ ਉਮੀਦਵਾਰ ਨੇ ਗੱਲ ਕਹਿਤੀ ਸੀ ਕਿ ਮੈਂ ਡੇਰੇ ਦੇ ਵਿੱਚ ਵੀ ਗਿਆ ਤੇ ਮੈਂ ਤਾਂ ਜੀ ਸੰਤ ਮੰਨਦਾ ਉਹਨਾਂ ਨੂੰ।
ਇਸ ਗੱਲ ਦਾ ਰੌਲਾ ਬੜਾ ਪੈ ਗਿਆ। ਬਾਅਦ ਦੇ ਵਿੱਚ ਉਹਦੇ ਕੋਲੋਂ ਟਿਕਟ ਲੈ ਕੇ ਅਕਾਲੀ ਦਲ ਨੇ ਤੇ ਕਿਸੇ ਹੋਰ ਨੂੰ ਦਿੱਤੀ ਹੈ। ਯਾਨੀ ਕਿ ਇੱਦਾਂ ਦੀਆਂ ਗੱਲਾਂ ਜਦੋਂ ਨਸ਼ਰ ਹੋ ਜਾਂਦੀਆਂ ਤੇ ਫਿਰ ਟਿਕਟਾਂ ਬਦਲ ਵੀ ਜਾਂਦੀਆਂ। ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜਾ ਡੇਰਾ ਕਿਹਦਾ ਪਾਰ ਉਤਾਰਾ ਕਰਦਾ, ਕਿਹੜੇ ਉਮੀਦਵਾਰ ਦੀ ਝੋਲੀ ਦੇ ਵਿੱਚ ਜਿੱਤ ਪਾਉਂਦਾ, ਕਿਹੜੀ ਝੋਲੀ ਦੇ ਵਿੱਚ ਹਾਰ ਪੈਂਦੀ ਹੈ, ਕਿਹੜੀ ਪਾਰਟੀ ਦੀਆਂ ਸੀਟਾਂ ਦੇ ਵਿੱਚ ਵਾਧਾ ਹੁੰਦਾ, ਕਿਹੜੀ ਪਾਰਟੀ ਦੀਆਂ ਸੀਟਾਂ ਦੇ ਵਿੱਚ ਕਟੌਤੀ ਹੁੰਦੀ ਹੈ। ਪਰ ਡੇਰੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਰਹੇ ਆ, ਹੁਣ ਵੀ ਕਰ ਰਹੇ ਆ, ਸ਼ਾਇਦ ਭਵਿੱਖ ਦੇ ਵਿੱਚ ਵੀ ਘੱਟ ਜਾਂ ਵੱਧ ਕਰਦੇ ਰਹਿਣ, ਕਿਉਂਕਿ ਡੇਰੇ ਤੇ ਰਾਜਨੀਤੀ ਇੱਕ ਦੂਜੇ ਦੇ ਪੂਰਕ ਬਣ ਗਏ। ਸਿਆਸਤ ਡੇਰਿਆਂ ਬਿਨਾਂ ਨਹੀਂ ਚੱਲਦੀ, ਡੇਰੇ ਸਿਆਸੀ ਲੋਕਾਂ ਬਿਨਾਂ ਨਹੀਂ ਚੱਲਦੇ। ਲੋਕ ਜੋ ਮਰਜ਼ੀ ਕਹਿਣ, ਲੋਕ ਭੋਲੇ ਆ, ਪਰ ਲੋਕਾਂ ਨੂੰ ਜਦੋਂ ਥੋੜ੍ਹੀ ਜਿਹੀ ਸਮਝ ਆਉਂਦੀ ਹੈ ਫਿਰ ਦਫਾੜ ਹੋ ਜਾਂਦੇ ਕਿ ਨਹੀਂ, ਇਹ ਤਾਂ ਇੱਕ ਸਿਆਸਤ ਰਚੀ ਗਈ ਹੈ, ਇਹ ਤਾਂ ਜੀ ਬਹੁਤ ਵੱਡੇ ਕਿਸੇ ਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦੀ ਸਮਝ ਦਾ ਹਿੱਸਾ ਗੱਲਾਂ ਪਤਾ ਨਹੀਂ ਕਦੋਂ ਬਣਨਗੀਆਂ, ਪਰ ਇਹ ਗੱਲ ਮੰਨਣੀ ਪੈਣੀ ਹੈ ਕਿ ਐਤਕੀ ਦੀਆਂ ਚੋਣਾਂ ਦੇ ਉੱਤੇ ਵੀ ਡੇਰਿਆਂ ਦਾ ਪ੍ਰਭਾਵ ਪੰਜਾਬ ਦੇ ਵਿੱਚ ਰਹਿਣਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆ ਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।